ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਾਹਿਤਿਕ ਜਾਣਕਾਰੀ ਤੇ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਬਾਰੇ ਵਿਸਤਾਰ ਸਹਿਤ ਪੜਾਂਗੇ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਲਾਸਟ ਵਿੱਚ ਮੈਂ ਇਸ ਨਾਲ ਸੰਬੰਧਿਤ MCQs ਪੜ੍ਹਾਏ ਹੈ। ਆਧੁਨਿਕ ਪੰਜਾਬੀ ਕਵਿਤਾ ਨੂੰ ਨਵੀਂ ਦਸ਼ਾ ਤੇ ਦਿਸ਼ਾ ਦੇਣ ਵਾਲੇ ਪ੍ਰੋਫੈਸਰ ਮੋਹਨ ਸਿੰਘ ਦਾ ਜਨਮ 20 ਅਕਤੂਬਰ 1905 ਈਸਵੀ ਨੂੰ ਡਾਕਟਰ ਜੋਧ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਭਗਵੰਤੀ ਦੀ ਕੁੱਖੋਂ ਪਿੰਡ ਮਰਦਾਨ ਸੂਬਾ ਸਰਹੱਦ 'ਚ ਹੋਇਆ ਤੇ ਉਹਨਾਂ ਦਾ ਜੱਦੀ ਪਿੰਡ ਧਮਿਆਲ ਸੀਗਾ। MA ਫਾਰਸੀ ਦੀ ਵਿੱਦਿਆ ਪ੍ਰਾਪਤ ਕੀਤੀ ਉਹਨਾਂ ਨੇ। ਅਧਿਆਪਨ, ਪ੍ਰਕਾਸ਼ਨ ਤੇ ਸੰਪਾਦਕ ਦਾ ਕਾਰਜ ਕੀਤਾ ਤੇ ਉਹਨਾਂ ਦੀ ਕਵਿਤਾ ਵਿੱਚ ਰੋਮਾਂਸਵਾਦੀ ਤੇ ਪ੍ਰਗਤੀਵਾਦੀ ਰਸ ਝਲਕਦਾ। ਕਈ ਇਹਨਾਂ ਨੇ ਕਹਾਣੀਆਂ ਵੀ ਲਿਖੀਆਂ, ਅਨੁਵਾਦ ਕਾਰਜ ਵੀ ਕੀਤਾ, ਪਰ ਆਪ ਦੀ ਪ੍ਰਸਿੱਧੀ ਪੰਜਾਬੀ ਦੇ ਕਵੀ ਵਜੋਂ ਹੋਈ ਹੈ। ਤੇ ਆਪ ਦੇ ਮੁੱਖ ਕਾਵ ਸੰਗ੍ਰਹਿ ਜਿਵੇਂ ਸਾਵੇ ਪੱਤਰ, ਕਸੁੰਬੜਾ, ਅਧਵਾਟੇ, ਕੱਚ ਸੱਚ, ਵੱਡਾ ਵੇਲਾ, ਆਵਾਜ਼ਾਂ, ਜੰਦਰੇ, ਜੈਮੀਰ, ਬੂਹੇ, ਨਨਕਾਇਨ, ਏਸ਼ੀਆ ਦਾ ਚਾਨਣ, ਇਹ ਅਨੁਵਾਦ ਕੀਤਾ ਗਿਆ ਇਹਦਾ ਤਾਂ ਇਹ ਹਨ। ਤੇ ਅੱਜ ਦੇ ਜਿਹੜੇ ਸਾਡੀ ਇਸ ਬੁੱਕ ਦੇ ਵਿੱਚ ਯਾਨੀ ਇਹਨਾਂ ਦੀ ਤਾਜ ਮਹਿਲ ਕਵਿਤਾ ਜਿਹੜੀ ਉਹ ਸ਼ਾਮਿਲ ਕੀਤੀ ਗਈ ਹੈ। ਤੇ ਇਸ ਕਵਿਤਾ ਨੂੰ ਦੋ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਚਿੱਤਰਿਆ ਗਿਆ। ਇਸ ਦੇ ਤਹਿਤ ਪਹਿਲਾਂ ਤਾਜ ਮਹਿਲ ਦੀ ਸੁੰਦਰਤਾ ਦਾ ਪ੍ਰਭਾਵ ਚਿੱਤਰਿਆ ਗਿਆ ਤੇ ਫਿਰ ਇਸ ਨੂੰ ਬਣਾਉਣ ਵਿੱਚ ਲੱਗੇ ਲੱਖਾਂ ਗਰੀਬਾਂ ਤੇ ਮਜ਼ਦੂਰਾਂ ਦੇ ਹੋਏ ਸ਼ੋਸ਼ਣ ਦਾ ਵਰਣਨ ਹੈ। ਅੱਗੇ ਦੇਖੋ, ਆਪਾਂ ਇਸ ਕਵਿਤਾ ਦੇ ਸਰਲ ਅਰਥ ਪੜਾਂਗੇ। ਪਹਿਲਾਂ, ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਘੱਤ ਕੇ ਬਾਹੀਂ, ਸੋਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ, ਵਿਰਸ਼ਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੂੰਦੇ, ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਸਵਾਦ ਹੋ ਊਂਗੇ। ਤੇ ਪਹਿਲਾਂ ਤੁਹਾਨੂੰ ਮੈਂ ਦੱਸਦਾ ਵੀ ਰੰਗਦਾਰ ਦੀ ਥਾਂ ਤੇ ਇੱਥੇ ਰਗਦਾਰ ਆਉਣਾ ਸੀ। ਰਗਦਾਰ ਦਾ ਮਤਲਬ ਹੁੰਦਾ ਧਾਰੀਦਾਰ, ਠੀਕ ਹੈ, ਵੀ ਧਾਰੀਆਂ ਪਈਆਂ ਹੋਈਆਂ ਵਿੱਚ ਸੰਗਮਰਮਰ ਦੇ। ਤੇ ਇਹਦੇ ਵਿੱਚ ਦੇਖੋ ਕਵੀ ਕੀ ਕਹਿੰਦਾ ਵੀ ਚਾਨਣੀ ਰਾਤ ਵਿੱਚ ਤਾਜ ਮਹਿਲ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਵੇਂ ਦੁੱਧ ਚਿੱਟੀਆਂ ਧਾਰੀਦਾਰ ਸੰਗਮਰਮਰ ਦੀਆਂ ਸਿਲਾਂ ਦੇ ਗਲ ਬਾਹਾਂ ਪਾ ਕੇ ਚੰਨ ਦੀਆਂ ਸੋਹਲ ਤੇ ਪਤਲੀਆਂ ਰੇਸ਼ਮਾਂ ਬੇਪਰਵਾਹ ਹੋ ਕੇ ਸੁੱਤੀਆਂ ਪਈਆਂ ਹੋਣ ਤੇ ਬਿਰਸ਼ਾਂ ਤੇ ਬੂਟਿਆਂ ਦੇ ਪਰਛਾਵੇਂ ਇੱਕ ਪ੍ਰਕਾਰ ਦੇ ਨਸ਼ਿਆਂ ਵਿੱਚ ਮਸਤ ਸਨ ਤੇ ਉਹ ਘਾਹ ਦੇ ਸੋਹਲ ਸੀਨਿਆਂ ਉੱਪਰ ਸਵਾਦ ਸਵਾਦ ਹੋ ਕੇ ਊਂਘ ਰਹੇ ਸਨ। ਲੱਗ ਟਾਹਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਬਲੇਵੇਂ ਬਲੀਆਂ, ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਤੇ ਸਾਵੇ, ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ। ਕਵੀ ਕੀ ਕਹਿੰਦਾ ਵੀ ਉਹ ਤਾਜ ਮਹਿਲ ਦੇ ਰੋਮਾਨੀ ਦ੍ਰਿਸ਼ ਦਾ ਆਨੰਦ ਮਾਣ ਰਿਹਾ ਸੀ। ਉੱਥੇ ਪੌਦਿਆਂ ਦੀਆਂ ਟਹਿਣੀਆਂ ਦੇ ਗਲ ਲੱਗ ਕੇ ਵੇਲਾਂ ਸੁੱਤੀਆਂ ਹੋਈਆਂ ਸਨ ਤੇ ਵੇਲਾਂ ਦੇ ਗਲ ਲੱਗ ਕੇ ਕਲੀਆਂ ਸੁੱਤੀਆਂ ਹੋਈਆਂ ਸਨ। ਦੇਖੋ, ਲੱਗ ਕਲੀਆਂ ਗਲ ਗੰਧ ਸੁੱਤੀਆਂ ਤੇ ਨੀਂਦ ਦੇ ਬਲੇਵਿਆਂ ਵਿੱਚ ਵਲੀਆਂ ਹੋਈਆਂ ਖੁਸ਼ਬੂਆਂ ਕਲੀਆਂ ਦੇ ਗਲ ਲੱਗ ਲੱਗ ਕੇ ਸੁੱਤੀਆਂ ਹੋਈਆਂ ਸਨ ਤੇ ਜਮਨਾ ਦੇ ਹਰੇ ਭਰੇ ਤੇ ਬਹੁਤ ਹੀ ਸਾਵੇ ਕੰਢੇ ਸ਼ਾਂਤੀ ਵਿੱਚ ਸੁੱਤੇ ਪਏ ਸਨ ਤੇ ਉਹਨਾਂ ਨੇ ਨੀਂਦ ਵਿੱਚ ਗੁਆਚੀ ਪਾਣੀ ਦੀ ਧਾਰਾ ਨੂੰ ਆਪਣੇ ਕਲਾਵੇ ਵਿੱਚ ਬੰਨਿਆ ਹੋਇਆ ਸੀ। ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਨੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ, ਐਪਰ ਦੂਰ ਸਾਗਰਾਂ ਵੰਨੀ ਨੱਸਣ ਜਦੋਂ ਉਹ ਲੱਗੀ, ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸਦੀ ਵੱਜੀ। ਤਾਂ ਇਹਦੇ ਵਿੱਚ ਦੇਖੋ ਕਵੀ ਕੀ ਕਹਿੰਦਾ ਵੀ ਉਹ ਤਾਜ ਮਹਿਲ ਦੇ ਉਹੀ ਰੋਮਾਨੀ ਦ੍ਰਿਸ਼ ਦਾ ਆਨੰਦ ਇਸ ਤਰ੍ਹਾਂ ਮਾਣ ਰਿਹਾ ਸੀ। ਉਹ ਦੇਖ ਰਿਹਾ ਸੀ ਕਿ ਜਮਨਾ ਦੇ ਸੁੱਤੇ ਪਾਣੀਆਂ ਵਿੱਚ ਤਾਜ ਮਹਿਲ ਦਾ ਪਰਛਾਵਾਂ ਸੁੱਤਾ ਪਿਆ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਜਮਨਾ ਨੇ ਤਾਜ ਮਹਿਲ ਨੂੰ ਉਧਾਲਣ ਲਈ ਆਪਣੀ ਬੁੱਕਲ ਵਿੱਚ ਲੁਕਾਇਆ ਹੋਇਆ ਹੋਵੇ। ਪਰੰਤੂ ਜਦੋਂ ਜਮਨਾ ਤਾਜ ਮਹਿਲ ਨੂੰ ਉਧਾਲ ਕੇ ਸਾਗਰ ਵੱਲ ਨੱਸਣ ਲੱਗੀ ਤਾਂ ਉਸਦੀ ਚਾਲ ਨੀਂਦ ਟੂਣਿਆਂ ਦੇ ਜੰਤਰ ਵਿੱਚ ਵੱਜ ਗਈ ਸੀ। ਸੁੱਤੇ ਇਸ ਚੁਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾਂ, ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਚੁੱਪ ਵਾਂਗ ਚਰਾਗਾਂ, ਗੁੰਬਦ ਦਿਆਂ ਉਭਾਰਾਂ ਉੱਤੇ ਮਸਤਾਈਆਂ ਅਲਸਾਈਆਂ, ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੋਹਜ ਸਵਾਦ ਤਰਿਹਾਈਆਂ, ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ, ਸ਼ਾਹਜਹਾਨ ਦੇ ਸੋਹਜ ਸਵਾਦ ਨੂੰ ਲੂੰ ਲੂੰ ਪਿਆ ਸਲਾਵੇ। ਤਾਂ ਦੇਖੋ ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਵੀ ਨੇ। ਉਹ ਕਹਿੰਦਾ ਵੀ ਨੀਂਦ ਵਿੱਚ ਮਸਤ ਜਾਪ ਰਹੇ ਚੁਗਿਰਦੇ ਵਿੱਚ ਇਕੱਲਾ ਕਵੀ ਹੀ ਜਾਗ ਰਿਹਾ ਸੀ ਤੇ ਉਸਦੀਆਂ ਦੋਵੇਂ ਅੱਖਾਂ ਚੁੱਪਚਾਪ ਚਰਾਗਾਂ ਵਾਂਗ ਜਾਗ ਰਹੀਆਂ ਸਨ ਤੇ ਗੁੰਬਦ ਉਭਾਰਾਂ ਉੱਪਰ ਮਸਤ ਹੋਈਆਂ ਕਵੀ ਦੀਆਂ ਨਜ਼ਰਾਂ ਫਿਰ ਰਹੀਆਂ ਸਨ ਤੇ ਉਹ ਆਪਣੀ ਸੋਹਜ ਸਵਾਦ ਦੀ ਪਿਆਸ ਨੂੰ ਮਿਟਾ ਰਹੀਆਂ ਸਨ ਤੇ ਮੁਗਲਾਂ ਦਾ ਕੰਮ ਤੇ ਹੁਨਰ ਦੇਖ ਕੇ ਉਸਦੀ ਹੈਰਾਨੀ ਵੱਧਦੀ ਜਾ ਰਹੀ ਸੀ ਵੀ ਉਹਨਾਂ ਨੇ ਦੇਖੋ ਕਿੰਨਾ ਸੋਹਣਾ ਤਾਜ ਮਹਿਲ ਬਣਵਾਇਆ ਤੇ ਉਸਦਾ ਲੂੰ ਲੂੰ ਸ਼ਾਹਜਹਾਨ ਤੇ ਸੋਹਜ ਸਵਾਦ ਨੂੰ ਸਲਾਹ ਰਿਹਾ ਸੀ। ਸ਼ਾਹਜਹਾਨ ਕੌਣ ਹੈ? ਵੀ ਜਿਹਨੇ ਇਹ ਮਹਿਲ ਬਣਵਾਇਆ।
ਏਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ, ਚੀਕਾਂ ਕੂਕਾਂ ਤੇ ਫਰਿਆਦਾਂ ਜਾ ਅੰਬਰ ਨੂੰ ਛੋਇਆ। ਹੜ ਮਜ਼ਦੂਰ ਨੀ ਆਂਦਾ ਵਗਿਆ, ਨਾਲ ਮਜ਼ਦੂਰ ਹਜ਼ਾਰਾਂ, ਚੁੱਕੀ ਕਈਆਂ ਦੁਰਮਟ ਤੇਸੇ, ਬੱਜੇ ਵਿੱਚ ਵਗਾਰਾਂ। ਤਾਂ ਦੇਖੋ ਇੱਥੇ ਉਹ ਕੀ ਲਿਖਦਾ ਗਾ ਵੀ ਉਹਨੇ ਇੰਨੀ ਸੁੰਦਰਤਾ ਦਾ ਆਨੰਦ ਤਾਂ ਮਾਣ ਲਿਆ, ਤਾਂ ਉਸ ਦੀ ਕਲਪਨਾ ਵਿੱਚ ਉਸ ਦੀਆਂ ਅੱਖਾਂ ਸਾਹਮਣੇ ਗੁੰਬਦ ਦਾ ਆਂਡਾ ਜਿਹੜਾ ਉਹ ਟੋਟੇ ਟੋਟੇ ਹੋ ਗਿਆ, ਤੇ ਉਸ ਵਿੱਚੋਂ ਨਿਕਲੀਆਂ ਕੂਕਾਂ, ਫਰਿਆਦਾਂ ਤੇ ਚੀਕਾਂ ਨੇ ਅਸਮਾਨਾਂ ਨੂੰ ਛੋਹ ਲਿਆ। ਇਹ ਚੀਕਾਂ ਤੇ ਕੂਕਾਂ ਮਜ਼ਦੂਰਾਂ ਦੀਆਂ ਸਨ, ਜਿਨ੍ਹਾਂ ਨੇ ਤਾਜ ਮਹਿਲ ਨੂੰ ਉਸਾਰਨ ਦੇ ਵਿੱਚ ਹਿੱਸਾ ਪਾਇਆ ਸੀ। ਕਵੀ ਦੀ ਕਲਪਨਾ ਵਿੱਚ ਗੁੰਬਦ ਦੇ ਟੁੱਟੇ ਆਂਡੇ ਵਿੱਚੋਂ ਮਜ਼ਦੂਰਾਂ ਤੇ ਮਜ਼ਦੂਰਨੀਆਂ ਦਾ ਹੜ ਵਗ ਤੁਰਿਆ, ਤੇ ਉਹਨਾਂ ਦੇ ਕਈਆਂ ਦੁਰਮਟ ਤੇ ਤੇਸੇ ਚੁੱਕੇ ਹੋਏ ਸਨ। ਦੁੱਧੀਆਂ ਨਾਲ ਪਲਮ ਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅਥਰੂ, ਹਿੱਕਾਂ ਦੇ ਵਿੱਚ ਆਹਾਂ, ਬੋਕਿਆਂ ਵਰਗੇ ਪੇਟ ਉਹਨਾਂ ਦੇ, ਤੁੱਕਿਆਂ ਵਰਗੇ ਗਾਟੇ, ਛਾਲੇ ਛਾਲੇ ਹੱਥ ਉਹਨਾਂ ਦੇ, ਪੈਰ ਬਿਆਈਆਂ ਪਾਟੇ। ਠੀਕ ਹੈ, ਇਹਦੇ ਵਿੱਚ ਦੇਖੋ ਫਿਰ ਕਵੀ ਨੇ ਉਹ ਗਰੀਬ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੀ ਦਰਦਨਾਕ ਝਾਕੀ ਦੇਖੀ। ਜਾਨੀ ਇੰਨਾ ਸੋਹਣਾ ਪਹਿਲਾਂ ਤਾਜ ਮਹਿਲ ਦੇਖਿਆ, ਤੇ ਉਸ ਤੋਂ ਬਾਅਦ 'ਚ ਉਹਨਾਂ ਗਰੀਬ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੀ ਝਾਕੀ ਵੇਖੀ, ਜਿਹਦੇ ਵਿੱਚ ਕੀ ਸੀਗਾ ਵੀ ਮਾਵਾਂ ਤਾਂ ਕੰਮਾਂ ਦੇ ਵਿੱਚ ਰੁੱਝੀਆਂ ਵੀਆਂ ਸੀ, ਤੇ ਨਾਲ ਨਾਲ ਉਹਨਾਂ ਦੇ ਬੱਚੇ ਵਿਚਾਰੇ ਜਿਹੜੇ ਸੀ ਉਹ ਦੁੱਧ ਪੀ ਰਹੇ ਸੀ, ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਛਲਕ ਰਹੇ ਸੀ, ਤੇ ਹਿੱਕਾਂ ਦੇ ਵਿੱਚ ਹੌਂਕੇ ਨਿਕਲ ਰਹੇ ਸੀ, ਤੇ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੇ ਪੇਟ ਸੀ ਜਿਹੜੇ ਉਹ ਬੋਕਿਆਂ ਵਰਗੇ, ਤੇ ਉਹਨਾਂ ਦੇ ਗਾਟੇ ਸੁੱਕੇ ਤੁੱਕਿਆਂ ਵਰਗੇ ਸੀ। ਜਾਨੀ ਬਿਲਕੁਲ ਸੁੱਕੇ ਹੋਏ ਸੀ, ਗਾਟੇ ਹੁੰਦੇ ਆ ਗਲ, ਗਰਦਨਾਂ ਜਾਨੀ ਜਮਾਂ ਸੁੱਕੀਆਂ ਵੀਆਂ ਸੀਗੀਆਂ, ਤੇ ਉਹਨਾਂ ਦੇ ਹੱਥ ਛਾਲਿਆਂ ਨਾਲ ਭਰੇ ਹੋਏ ਸੀ, ਤੇ ਪੈਰ ਵਿਆਈਆਂ ਪਾਟੇ ਹੋਏ ਸੀ। ਫਿਰ ਵੀ ਕੰਮ ਕਰਾਵਣ ਵਾਲੇ ਮਾਰ ਮਾਰ ਕੇ ਫਾਂਟਾਂ, ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜੀ ਜਾਣ ਸਲਾਟਾਂ। ਏਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ ਕੁਰਲਾਈ। ਕੀ ਉਹ ਹੁਸਨ ਹੈ ਸੱਚਮੁੱਚ, ਜਾਂ ਉਂਝੇ ਹੀ ਛਲਦਾ, ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ। ਤਾਂ ਫਿਰ ਕਵੀ ਦੇਖੋ ਕੀ ਕਹਿੰਦਾ ਇਹਦੇ ਵਿੱਚ ਵੀ ਤਾਜ ਮਹਿਲ ਦੀ ਉਸਾਰੀ ਕਰਨ ਵਾਲੇ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੀ ਹਾਲਤ ਵਗਾਰ ਤੇ ਭੁੱਖ ਕਾਰਨ ਬੜੀ ਦਰਦਨਾਕ ਸੀ, ਪਰੰਤੂ ਕੰਮ ਕਰਾਉਣ ਵਾਲੇ ਉਹਨਾਂ ਉੱਪਰ ਰਤਾ ਤਰਸ ਨਹੀਂ ਸਨ ਖਾ ਰਹੇ, ਤੇ ਉਹ ਉਹਨਾਂ ਮਾਸੂਮਾਂ ਨੂੰ ਛਾਂਟੇ ਮਾਰ ਮਾਰ ਕੇ ਉਹਨਾਂ ਦੇ ਪਿੰਡਿਆਂ ਉੱਪਰ ਲਾਸਾਂ ਪਾਈ ਜਾਂਦੇ ਸੀ। ਜਾਨੀ ਛਾਂਟੇ ਮਾਰਨੇ ਦੇਖੋ ਉਹਨਾਂ ਦੇ, ਛਾਂਟਾਂ ਫਾਂਟਾਂ ਲਿਖਿਆ ਨਾ ਇੱਥੇ ਇਹਨਾਂ ਨੇ, ਫਾਂਟਾਂ ਨੂੰ ਛਾਂਟਾਂ ਕਿਹਾ ਜਾਂਦਾ, ਵੀ ਜਾਨੀ ਮਾਰ ਮਾਰ ਕੇ ਉਹਨਾਂ ਤੋਂ ਕੰਮ ਕਰਵਾ ਰਹੇ ਸੀ। ਤੇ ਮਜ਼ਦੂਰਾਂ ਦੀ ਇਸ ਦੁੱਖ ਭਰੀ ਝਾਕੀ ਨੂੰ ਵੇਖ ਕੇ ਕਵੀ ਦੀ ਆਤਮਾ ਸੀ ਜਿਹੜੀ ਉਹ ਕੁਰਲਾ ਉੱਠੀ, ਤੇ ਉਹ ਕਹਿੰਦਾ ਗਾ ਵੀ ਉਹਨਾਂ ਦੇ ਉੱਪਰ ਇਹੋ ਜਿਹੇ ਜ਼ੁਲਮ ਦੀ ਝਾਕੀ ਉਹਨੇ ਵੇਖੀ, ਤਾਂ ਪੀੜ ਨਾਲ ਤੜਫ ਤੜਫ ਕੇ ਉਸ ਦੀ ਕੁਰਲਾਉਂਦੀ ਹੋਈ ਰੂਹ ਸੀ ਜਿਹੜੀ ਉਹ ਪੁਕਾਰ ਉੱਠੀ ਵੀ ਕੀ ਉਹ ਹੁਸਨ ਹੈ ਜਿਹੜਾ ਉਹ ਸੱਚਮੁੱਚ ਦਾ ਹੁਸਨ ਹੈ, ਜਾਂ ਇੱਕ ਧੋਖਾ ਹੈ। ਜਿਹੜਾ ਹੁਸਨ ਲੱਖਾਂ ਗਰੀਬ ਮਜ਼ਦੂਰਾਂ ਦੇ ਹੰਝੂਆਂ ਤੇ ਪਲਦਾ ਹੈ, ਅਰਥਾਤ ਅਜਿਹੇ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ ਜੋ ਲੱਖਾਂ ਗਰੀਬ ਤੇ ਮਜ਼ਦੂਰਾਂ ਦੇ ਹੌਂਕਿਆਂ ਤੇ ਪਲਦਾ ਹੈ। ਅੱਗੇ ਦੇਖੋ ਇਸ ਨਾਲ ਸੰਬੰਧਿਤ ਕੁਐਸਚਨ ਆਨਸਰ। ਤਾਜ ਮਹਿਲ ਕਵਿਤਾ ਕਿਸ ਕਵੀ ਦੀ ਰਚਨਾ ਹੈ? ਤਾਂ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਇਹ ਸੀ ਉੱਤਰ ਆਏਗਾ ਇਹਦਾ। ਪ੍ਰੋਫੈਸਰ ਮੋਹਨ ਸਿੰਘ ਦੀ ਕਿਹੜੀ ਕਵਿਤਾ ਤੁਹਾਡੇ ਪਾਠਕ੍ਰਮ ਵਿੱਚ ਦਰਜ ਹੈ? ਤਾਂ ਤਾਜ ਮਹਿਲ, ਬੀ ਆਪਸ਼ਨ ਆਏਗਾ। ਤਾਜ ਮਹਿਲ ਕਵਿਤਾ ਦਾ ਮੁੱਖ ਭਾਵ ਕੀ ਹੈ? ਤੇ ਕੀ ਹੈ ਤਾਜ ਮਹਿਲ ਦਾ? ਦੇਖੋ ਸੁੰਦਰਤਾ ਵਿੱਚ ਲੁਕਿਆ ਇੱਕ ਧੋਖਾ, ਸੀ ਉੱਤਰ ਆਏਗਾ ਇਹਦਾ। ਪ੍ਰੋਫੈਸਰ ਮੋਹਨ ਸਿੰਘ ਦੇ ਕਾਵਿ ਸੰਗ੍ਰਹਿ ਕਿਹੜੇ ਕਿਹੜੇ ਆ? ਤਾਂ ਦੇਖੋ ਤੁਹਾਨੂੰ ਮੈਂ ਦੱਸਿਆ ਇਹਦੇ ਵਿੱਚ ਸਾਵੇ ਪੱਤਰ, ਕੱਚ ਸੱਚ, ਕਸੁੰਬੜਾ, ਵੱਡਾ ਵੇਲਾ, ਅੱਧ ਵਾਟੇ ਜੰਦਰੇ, ਜਾਂ ਫਿਰ ਉਪਰੋਕਤ ਸਾਰੇ, ਤੇ ਇਹਦਾ ਉੱਤਰ ਆਏਗਾ ਉਪਰੋਕਤ ਸਾਰੇ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਅਨੁਸਾਰ ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਤੇ ਸਾਵੇ ਹਨ, ਇਹ ਵਾਕ ਠੀਕ ਹੈ ਜਾਂ ਗਲਤ? ਤਾਂ ਇਹ ਠੀਕ ਹੈ, ਇਹ ਆਏਗਾ ਇਸ ਦਾ ਉੱਤਰ। ਸੁੱਤੇ ਪਾਣੀਆਂ ਵਿੱਚ ਤਾਜ ਮਹਿਲ ਦਾ ਪਰਛਾਵਾਂ ਨਹੀਂ ਸੁੱਤਾ, ਹਾਂ ਜਾਂ ਨਾ? ਤਾਂ ਇਹਦਾ ਉੱਤਰ ਆਏਗਾ ਹਾਂ, ਬੀ ਆਏਗਾ। ਠੀਕ ਹੈ। ਕਵੀ ਤਾਜ ਮਹਿਲ ਵੇਖ ਕੇ ਕਿਹੜੇ ਮੁਗਲ ਸਮਰਾਟ ਦੀਆਂ ਸਿਫਤਾਂ ਕਰਦਾ? ਤਾਂ ਸ਼ਾਹਜਹਾਨ ਦੀਆਂ, ਡੀ ਆਏਗਾ ਇਹਦਾ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅਨੁਸਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਥਾਂ ਪੈਰਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ? ਤਾਂ ਉਹਨਾਂ ਦੇ ਦੇਖੋ ਹੱਥਾਂ ਉੱਤੇ ਛਾਲੇ ਤੇ ਪੈਰਾਂ ਦੀਆਂ ਵਿਆਈਆਂ ਪਾਟੀਆਂ ਵਾਂਗਾਂ, ਵੀ ਏ ਆਏਗਾ ਇਸ ਦਾ ਪਹਿਲਾ ਉੱਤਰ ਸਹੀ ਹੈ। ਤਾਜ ਮਹਿਲ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ? ਤਾਂ ਉਸ ਦੀ ਸ਼ੋਸ਼ਿਤ ਧਿਰ ਵੱਲ। ਉਸ ਤੋਂ ਬਾਅਦ 'ਚ ਹਮਦਰਦੀ ਪੈਦਾ ਹੋ ਗਈ ਸੀ, ਪਹਿਲਾਂ ਤਾਂ ਉਹਨੇ ਸਿਰਫ ਤਾਜ ਮਹਿਲ ਦੀ ਸੁੰਦਰਤਾ ਦੇਖੀ, ਤਾਂ ਫਿਰ ਉਹਦੇ ਮਨ ਦੇ ਵਿੱਚ ਮਜ਼ਦੂਰਾਂ ਤੇ ਮਜ਼ਦੂਰਨੀਆਂ ਦੇ ਪ੍ਰਤੀ ਹਮਦਰਦੀ ਪੈਦਾ ਹੋਈ। ਪ੍ਰੋਫੈਸਰ ਮੋਹਨ ਸਿੰਘ ਕਿਹੜੇ ਪੱਤਰ ਦੇ ਸੰਪਾਦਕ ਹਨ? ਤਾਂ ਦੇਖੋ ਇਹਦੇ ਵਿੱਚੋਂ ਪੰਜ ਦਰਿਆ ਦੇ,
ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਡੈਸ਼, ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਹੋ ਡੈਸ਼। ਤਾਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਾਜ ਮਹਿਲ ਦੇ ਆਧਾਰ 'ਤੇ ਖਾਲੀ ਥਾਵਾਂ ਪੂਰੀਆਂ ਕਰੋ। ਤਾਂ ਬੀ ਆਪਸ਼ਨ ਹੈ ਜਿਹੜਾ ਉਹ ਸਾਡਾ ਸਹੀ ਹੋਵੇਗਾ, ਗੜੂੰਦੇ ਤੇ ਉੱਗੇ। ਤਾਜ ਮਹਿਲ ਦੀ ਸਫੇਦੀ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ? ਤਾਂ ਦੁੱਧ ਨਾਲ ਕੀਤੀ ਗਈ ਹੈ। ਸਭ ਤੋਂ ਪਹਿਲੀ ਲਾਈਨ ਦੇ ਵਿੱਚ ਆਉਂਦਾ ਇਹ ਉੱਤਰ ਹੈ ਇਹਦਾ। ਤਾਜ ਮਹਿਲ ਕਵਿਤਾ ਦੇ ਅਨੁਸਾਰ ਉਹ ਕਿਹੜੀ ਰਾਤ ਸੀ ਜਦੋਂ ਚੰਦਰਮਾ ਦੀਆਂ ਨਾਜ਼ੁਕ ਕਿਰਨਾਂ ਘੂਕ ਸੁੱਤੀਆਂ ਪਈਆਂ ਸਨ? ਤਾਂ ਉਹ ਸੀ ਪੂਰਨਮਾਸ਼ੀ ਦੀ ਰਾਤ। ਬੀ ਬਿਰਛਾਂ ਬੂਟਿਆਂ ਦੇ ਪਰਛਾਵੇਂ ਕਿਸ ਨਾਲ ਗੜੂੰਦੇ ਪਏ ਹਨ? ਤਾਂ ਨਸ਼ਿਆਂ ਨਾਲ। ਪਹਿਲਾਂ ਲਾਈਨਾਂ ਦੇ ਵਿੱਚ ਆਇਆ ਦੇਖੋ, ਤਾਜ ਮਹਿਲ ਕਵਿਤਾ ਵਿੱਚ ਕਿਸ ਨਦੀ ਦਾ ਜ਼ਿਕਰ ਆਇਆ? ਤਾਂ ਜਮਨਾ ਨਦੀ ਦਾ ਆਇਆ। ਬੀ ਉੱਤਰ। ਤਾਜ ਮਹਿਲ ਦਾ ਪਰਛਾਵਾਂ ਕਿਸ ਵਿੱਚ ਦਿਸ ਰਿਹਾ ਸੀ? ਤਾਂ ਪਾਣੀ ਵਿੱਚ ਦਿਸ ਰਿਹਾ ਸੀ। ਜਮਨਾ ਦੇ ਪਾਣੀ ਦੇ ਵਿੱਚ ਤਾਜ ਮਹਿਲ ਦਾ ਪਰਛਾਵਾਂ ਦਿਸ ਰਿਹਾ ਸੀ। ਜਮਨਾ ਨਦੀ ਨੇ ਤਾਜ ਮਹਿਲ ਨੂੰ ਆਪਣੀ ਬੁੱਕਲ ਵਿੱਚ ਕਿਉਂ ਲੁਕੋ ਲਿਆ ਸੀ? ਤੇ ਕਿਉਂ ਲੁਕੋ ਲਿਆ ਸੀ? ਹਰਨ ਵਾਸਤੇ। ਠੀਕ ਹੈ, ਵੀ ਹਰ ਲਿਆ ਸੀ ਉਹਨੇ ਉਸਨੂੰ। ਬੀ ਉੱਤਰ ਆਏਗਾ। ਜਮਨਾ ਨਦੀ ਕਿਸ ਜੰਤਰ ਦੇ ਵਿੱਚ ਵੱਜ ਕੇ ਰੁਕ ਗਈ? ਤਾਂ ਟੂਣੇ ਦੇ ਜੰਤਰ ਦੇ ਵਿੱਚ। ਸੀ ਉੱਤਰ ਆਏਗਾ ਇਹਦਾ। ਸੁੱਤੇ ਇਸ ਚੁਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾਂ, ਕਾਵ ਸਤਰ ਵਿੱਚ ਮੈਂ ਸ਼ਬਦ ਕਿਸ ਲਈ ਵਰਤਿਆ ਗਿਆ? ਤਾਂ ਇਹ ਕਵੀ ਦੇ ਲਈ ਵਰਤਿਆ ਗਿਆ। ਫਾਂਟੇ ਵੱਜਣ ਨਾਲ ਕਿਸ ਦੇ ਪਿੰਡਿਆਂ ਉੱਤੇ ਲਾਸ਼ਾਂ ਪੈ ਗਈਆਂ ਸਨ? ਤਾਂ ਮਾਸੂਮ ਮਜ਼ਦੂਰਾਂ ਦੇ ਪਿੰਡਿਆਂ ਉੱਤੇ। ਫਾਂਟੇ ਕੌਣ ਮਾਰ ਰਿਹਾ ਸੀ? ਤਾਂ ਮੁਗਲ ਕਰਮਚਾਰੀ ਫਾਂਟੇ ਮਾਰ ਰਹੇ ਸੀ। ਬੀ ਉੱਤਰ ਆਏਗਾ ਇਹਦਾ। ਤਾਂ ਦੇਖੋ ਇਹ ਹਨ ਤਾਜ ਮਹਿਲ ਕਵਿਤਾ ਦੇ ਨਾਲ ਸੰਬੰਧਿਤ ਕੁਐਸਚਨ ਆਨਸਰ। ਪਹਿਲਾਂ ਤੁਹਾਨੂੰ ਇਹਦੇ ਵਿੱਚ ਮੈਂ ਕਵੀ ਬਾਰੇ ਦੱਸੀਆਂ ਥੋੜ੍ਹੀਆਂ ਜਿਹੀਆਂ ਲਾਈਨਾਂ, ਕਿਉਂਕਿ ਉਹਨਾਂ ਨਾਲ ਸੰਬੰਧਿਤ ਵੀ ਕੁਐਸਚਨ ਆ ਜਾਂਦੇ ਆ। ਅਤੇ ਉਸ ਤੋਂ ਬਾਅਦ 'ਚ ਕਵਿਤਾ ਦੇ ਸਰਲ ਅਰਥ, ਕੱਲੀ ਕੱਲੀ ਲਾਈਨ ਨੂੰ ਧਿਆਨ ਨਾਲ ਦੇਖੋ ਤਾਂ ਕਿ ਤੁਹਾਡੇ ਕੱਲਾ ਕੱਲਾ ਕੁਐਸਚਨ ਯਾਦ ਹੋਵੇ ਅਤੇ ਪੇਪਰ ਦੀ ਵਧੀਆ ਤਿਆਰੀ ਹੋ ਸਕੇ। ਅਤੇ ਜੇ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।